हयात तो हयात है, वो मौत भी हयात है। कहंदे कि शहीद दी मौत कौम दे विच नवी रूह फूक देंदी है, नवी जिंदगी बख्शदी है। शरीर करके शहीद इस संसार तो चले जाते ने, पर जिन्हां शहीदां ने धर्म लई, कौम लई, हक लई, सच लई अपना आप कुर्बान किया, ਉਹ ਆਉਣ ਵਾਲੀਆਂ ਨਸਲਾਂ ਦੇ ਦਿਲਾਂ ਦੇ ਵਿੱਚ ਸਦਾ ਹੀ ਜਿਉਂਦੇ ਰਹਿੰਦੇ ਨੇ। ਅੱਜ ਅਮਰ शहीद संत बाबा जरनैल सिंह जी ਭਿੰਡਰਾਂ ਵਾਲੇ ਸਾਡੇ ਦਿਲਾਂ ਦੇ ਵਿੱਚ ਜਿਉਂਦੇ ਨੇ, ਸਾਡੇ ਦਿਲਾਂ ਦੀ ਧੜਕਣ ਨੇ। ਭਾਵੇਂ ਕੋਈ ਅੰਮ੍ਰਿਤਧਾਰੀ ਸਿੰਘ ਹੈ, ਭਾਵੇਂ ਕੋਈ ਸਹਿਜਧਾਰੀ ਹੈ, ਸਾਰੇ ਮਹਾਂਪੁਰਖਾਂ ਨੂੰ ਦਿਲੋਂ ਪਿਆਰ ਕਰਦੇ ਨੇ। ਉਹਨਾਂ ਦੀਆਂ ਕੁਰਬਾਨੀਆਂ ਭਾਵੇਂ ਕਿ बड़े भुलेखे पाए गए, संतां दे नाम नूं खराब करन वास्ते कि इदां नहीं इदां, पर जिहड़ा सच हुंदा है ना, वो समा पा के सामने आ ही जांदा है। समा जिवें जिवें बीत रहा है, उवें उवें संगत दा प्यार बाबा जरनैल सिंह जी दे नाल दिनों दिन वधदा जा रहा है। हक्कां दी आवाज़ उन्हां महापुरखां ने बुलंद कीती, सच दी आवाज़ नूं बुलंद कीता। ते जदों भी प्यारिओ संसार दे विच हक ते सच दी आवाज़ नूं बुलंद करदा है ना, धन गुरु नानक देव महाराज सच्चे पातशाह जी ने जदों एमनाबाद दी धरती ते हक सच दी आवाज़ नूं बुलंद कीता ते सच्चे पातशाह जी नूं भी जेल दे विच बंद कर दिता गया। ये धन गुरु नानक देव महाराज जी तो लैके ही सिख दा जेल दे नाल संबंध है। अपने हक्कां लई जूझना, धर्म दी खातर अपना आप कुर्बान कर देना, ये जज्बा जिहड़ा है ना, सानू सिखां नूं विरासत दे विच साडे सतगुरां ने बख्शिश कीता है। हरमंदर साहिब ते 1984 ਦੇ ਵਿੱਚ ਵੀ ਹਮਲਾ ਹੋਇਆ ਤੇ ਉਦੋਂ ਪਹਿਲਾਂ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੇਲੇ ਤੋਂ ਲੈ ਕੇ ਹਰਮੰਦਰ ਸਾਹਿਬ ਤੇ ਹਮਲੇ ਹੁੰਦੇ ਰਹੇ। गुरु अर्जन देव महाराज जी दे वेले सूली खां चढ़ के आया, जदों ओदी रस्ते दे विच ही मौत हो गई। ओदा घोड़ा आवे दे विच जदों वड़ गया, उत्ते वो सवार सी, ओदी उत्थे ही मौत हो गई। फिर सुलभी खां चढ़ के आया। गुरु अर्जन देव महाराज जी दे वेले संखेप दे विच आपां विचार करनी है। इतिहास आप संगतां नूं पता ही है कि सतगुरां दे सक्के भरा प्रिथी चंद दी ईरखा करके वो चढ़ के आए सी।
ਪਹਿਲਾਂ ਸੂਲੀ ਖਾਂ ਚੜ ਕੇ ਆਇਆ, ਫਿਰ ਸੁਲਭੀ ਖਾਂ ਵੀ ਰਸਤੇ ਦੇ ਵਿੱਚ ਹੀ ਪੈਸਿਆਂ ਕਰਕੇ ਉਹਦੇ ਆਪਣੇ ਕਿਸੇ ਨੌਕਰ ਦੇ ਨਾਲ ਮੁੱਠ ਭੇੜ ਹੋ ਗਈ, ਉਹ ਵੀ ਰਸਤੇ ਦੇ ਵਿੱਚ ਹੀ ਮਾਰਿਆ ਗਿਆ। ਫਿਰ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਮੁਗਲਸ ਖਾਂ ਚੜ ਕੇ ਆਇਆ, ਤੇ ਉਦੋਂ ਸਭ ਤੋਂ ਪਹਿਲਾ ਜੰਗ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਜ਼ਾਲਮਾਂ ਦਾ ਦਿਲ ਤੇ ਨਰਮ ਨਹੀਂ ਹੋਇਆ, ਭਾਵੇਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਸ਼ਾਂਤਮਈ ਸ਼ਹਾਦਤ ਦੇ ਗਏ, ਪਰ ਜ਼ਾਲਮਾਂ ਦਾ ਜਿਹੜਾ ਦਿਲ ਨਹੀਂ ਸੀ ਪਿਘਲਿਆ, ਨਰਮ ਨਹੀਂ ਸੀ ਹੋਇਆ। ਪਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਾਦਤ ਨੂੰ ਦੇਖ ਕੇ ਸਿੱਖਾਂ ਦਾ ਖੂਨ ਜ਼ਰੂਰ ਗਰਮ ਹੋ ਗਿਆ। ਉਦੋਂ ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 2 ਕਿਰਪਾਨਾਂ ਪਹਿਨੀਆਂ ਮੀਰੀ ਤੇ ਪੀਰੀ ਦੀਆਂ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ, ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ। ਤੇ ਇਹ ਉਹ ਵੇਲਾ ਸੀ ਛੇਵੇਂ ਪਾਤਸ਼ਾਹ ਜੀ ਦੇ ਸਮੇਂ, ਜਦੋਂ ਗੁਰਬਾਣੀ ਦੇ ਯੁੱਗ ਦੇ ਵਿੱਚੋਂ ਫਿਰ ਕੁਰਬਾਨੀ ਦਾ ਯੁੱਗ ਦੀ ਆਰੰਭਤਾ ਹੁੰਦੀ ਹੈ। ਗੁਰਬਾਣੀ ਦੇ ਯੁੱਗ ਦੇ ਵਿੱਚੋਂ ਕੁਰਬਾਨੀ ਦੇ ਯੁੱਗ ਦੀ ਆਰੰਭਤਾ ਹੁੰਦੀ ਹੈ। ਸਭ ਤੋਂ ਪਹਿਲੀ ਜੰਗ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਸਿੱਖਾਂ ਨੇ ਹਥਿਆਰਬੰਦ ਹੋ ਕੇ ਜੰਗ ਲੜੀ ਮੁਗਲਸ ਖਾਂ ਦੇ ਨਾਲ। ਅੱਜ ਵੀ ਜੇ ਹੱਕ ਦੀ ਸੱਚ ਦੀ ਜੇ ਗੱਲ ਕਰਦੇ ਨੇ ਨਾ, ਅੱਜ ਕਿਸਾਨ ਦਿੱਲੀ ਦੀ ਧਰਤੀ ਤੇ ਮੋਰਚੇ ਲਾਈ ਬੈਠੇ ਨੇ। ਇਹ ਜਿਹੜੀ ਹੱਕ ਤੇ ਸੱਚ ਦੀ ਜਿਹੜੀ ਆਵਾਜ਼ ਚੱਲਣੀ ਪੰਜਾਬ ਦੀ ਧਰਤੀ ਤੋਂ, ਪੰਜਾਬ ਦੀ ਧਰਤੀ ਤੋਂ ਚੱਲ ਕੇ ਇਹ ਜਿਹੜਾ ਕਿਸਾਨ ਅੰਦੋਲਨ ਸਾਰੇ ਭਾਰਤ ਦੇ ਵਿੱਚ ਫੈਲ ਗਿਆ। ਕਿਉਂਕਿ ਸਿੱਖਾਂ ਦੇ ਅੰਦਰ ਇਹ ਜਜ਼ਬਾ ਇਹੋ ਜਿਹਾ, ਸਾਡੇ ਸਤਿਗੁਰੂ, ਸਾਡੇ ਸ਼ਹੀਦ, ਸਾਡੇ ਬਜ਼ੁਰਗ ਭਰ ਕੇ ਗਏ ਨੇ। ਕਿੰਨੀਆਂ ਕੁ ਸ਼ਹੀਦੀਆਂ ਦੀ ਗੱਲ ਕਰੀਏ, ਸਾਡੇ ਪੰਥ ਦੇ ਵਿੱਚ ਇੰਨੀਆਂ ਕੁ ਸ਼ਹੀਦੀਆਂ ਹੋਈਆਂ ਨੇ, ਸ਼ਾਇਦ ਹੀ ਸਾਲ ਦੇ ਵਿੱਚ ਕੋਈ ਦਿਨ ਖਾਲੀ ਜਾਂਦਾ ਹੋਏਗਾ। ਇੱਥੇ ਤੇ ਪਿਆਰਿਓ, ਇਹ ਪੰਥ ਐਸਾ ਹੈ ਜਿੱਥੇ ਦੁੱਧ ਚੁੰਗਦੇ ਬੱਚੇ ਵੀ ਸ਼ਹੀਦ ਹੋਏ ਨੇ। ਮੀਰ ਮੰਨੂ ਦੇ ਵੇਲੇ ਦੁੱਧ ਚੁੰਗਦੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, ਨੇਜਿਆਂ ਦੇ ਉੱਤੇ ਟੰਗ ਕੇ। ਅਸੀਂ ਉਹਨਾਂ ਦੇ ਵਾਰਸ ਹਾਂ। ਜਦੋਂ ਵੀ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਨਾ, ਫਿਰ ਜਿਹੜਾ ਕੌਮ ਦਾ ਭਵਿੱਖ ਹੈ ਉਹ ਬਦਲਦਾ ਹੈ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ। ਜਦ
ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ। ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ। ਡੁੱਲਦਾ ਖੂਨ ਸ਼ਹੀਦਾਂ ਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ। ਡੁੱਲਦਾ ਖੂਨ ਸ਼ਹੀਦਾਂ ਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ। ਡੁੱਲਦਾ ਖੂਨ ਸ਼ਹੀਦਾਂ ਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ। ਡੁੱਲਦਾ ਖੂਨ ਸ਼ਹੀਦਾਂ ਦਾ ਜਦ ਡੁੱਲਦਾ ਖੂਨ ਸ਼ਹੀਦਾਂ ਦਾ। ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ। ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ। ਜਦੋਂ ਵੀ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਨਾ, ਜਦੋਂ ਵੀ ਬਦਲਾਵ ਹੁੰਦਾ ਹੈ ਤੇ ਫਿਰ ਪਿਆਰਿਓ ਕੁਰਬਾਨੀਆਂ ਹੁੰਦੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਨਿਆਰਾ ਤੇ ਪਿਆਰਾ ਪੰਥ ਚਲਾਇਆ। ਆਪਾਂ ਅੱਗੇ ਵੀ ਕਈ ਵਾਰ ਵਿਚਾਰ ਕੀਤੀ ਹੈ, ਇਹੋ ਜਿਹਾ ਨਿਆਰਾ ਪਿਆਰਾ ਪੰਥ ਹੈ ਵਹਿਮਾਂ ਭਰਮਾਂ ਤੋਂ, ਕਰਮਾਂ ਕਾਂਡਾਂ ਤੋਂ, ਪਖੰਡਾਂ ਤੋਂ ਰਹਿਤ ਨਿਆਰਾ ਤੇ ਪਿਆਰਾ। ਭਾਈ ਗੁਰਦਾਸ ਜੀ ਕਹਿੰਦੇ ਨੇ ਨਾਨਕ ਨਿਰਮਲ ਪੰਥ ਚਲਾਇਆ, ਮਾਰਿਆ ਸਿੱਕਾ ਜਗਤ ਵਿੱਚ। ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਤੋਂ ਭਾਵ ਜਿਹੜਾ ਮੈਲ ਤੋਂ ਰਹਿਤ ਹੈ। ਮੈਲ ਕਿਹੜੀ? ਵਹਿਮਾਂ ਦੀ, ਭਰਮਾਂ ਦੀ, ਕਰਮਾਂ ਕਾਂਡਾਂ ਦੀ, ਪਖੰਡਾਂ ਦੀ ਮੈਲ ਤੋਂ ਰਹਿਤ ਇੱਕ ਉਜਲਾ ਪੰਥ ਚਲਾਇਆ। ਇਹ ਤੁਰ ਕੀ ਬਾਣੀ ਜਿੱਥੇ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਸਾਨੂੰ ਇਹ ਦੱਸਦੇ ਨੇ, ਸਾਨੂੰ ਇਹ ਜਾਚ ਸਿਖਾਉਂਦੇ ਨੇ, ਭਾਈ ਇਸ ਜ਼ਿੰਦਗੀ ਨੂੰ, ਇਸ ਜੀਵਨ ਨੂੰ ਜਿਉਣਾ ਕਿਵੇਂ ਹੈ। ਗੁਰਬਾਣੀ ਸਾਨੂੰ ਜਾਚ ਦੱਸਦੀ ਹੈ, ਸਾਨੂੰ ਢੰਗ ਦੱਸਦੀ ਹੈ, ਮੈਥਡ ਦੱਸਦੀ ਹੈ, ਤਰੀਕਾ ਦੱਸਦੀ ਹੈ, ਭਾਈ ਇਸ ਜੀਵਨ ਨੂੰ ਜਿਉਣਾ ਕਿਵੇਂ ਹੈ। ਕੱਲਾ ਜਿਉਣਾ ਹੀ ਨਹੀਂ ਸਿਖਾਉਂਦੀ ਗੁਰਬਾਣੀ, ਇਹ ਵੀ ਦੱਸਦੀ ਹੈ ਕਿ ਮਰਨਾ ਕਿਵੇਂ ਹੈ। ਗੁਰਬਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਮਰਨਾ ਕਿਵੇਂ ਹੈ। ਹੱਸ ਹੱਸ ਕੇ ਉਹਨਾਂ ਸੁਰਮਿਆਂ ਨੇ ਧਰਮ ਦੇ ਉੱਤੋਂ, ਕੌਮ ਦੇ ਉੱਤੋਂ, ਹੱਕ ਸੱਚ ਲਈ ਆਪਣੀਆਂ ਜਾਨਾਂ ਵਾਰੀਆਂ। ਸੰਤਾਂ ਦੇ ਨਾਲ ਭਾਈ ਅਮਰੀਕ ਸਿੰਘ ਜੀ, ਉਹਨਾਂ ਦਾ ਇੰਟਰਵਿਊ ਪਾਇਆ ਸੀ। ਉਹਨਾਂ ਦੀ ਧਰਮ ਪਤਨੀ ਉਸ ਸਮੇਂ ਦਾ ਸਾਰਾ ਹਾਲ ਸੁਣਾਉਂਦੇ ਨੇ। 1 ਜੂਨ ਤੋਂ ਲੈ ਕੇ 6 ਜੂਨ ਤੱਕ ਕੀ ਸਨ 84 ਦੇ ਵਿੱਚ ਵਾਪਰਿਆ, ਉਹ ਵੀ ਉੱਥੇ ਸਨ। ਉਸ ਸਮੇਂ ਦੇ ਦੌਰਾਨ ਗੱਲ ਚੱਲੀ ਕਿ ਗੁਰਬਾਣੀ ਸਾਨੂੰ ਦੱਸਦੀ ਹੈ ਮਰਨਾ ਕਿਵੇਂ ਹੈ। ਤੇ ਭਾਈ ਅਮਰੀਕ ਸਿੰਘ ਜੀ ਦੇ ਘਰੋਂ ਬੀਬੀ ਜੀ ਦੱਸਦੇ, ਕਹਿੰਦੇ ਉਧਰੋਂ ਤੇ
4 ਛਪੇਰੇ ਗੋਲੀ ਚੱਲਦੀ ਪਈ ਹੈ। 4 ਜੂਨ ਨੂੰ ਮੇਰੇ ਖਿਆਲ ਦੇ ਵਿੱਚ ਉਹ ਦੱਸਦੇ ਨੇ। ਤੇ ਕਹਿੰਦੇ ਅਸੀਂ ਹੈਰਾਨ ਸਾਂ, ਜਿੰਨੇ ਵੀ ਸਿੰਘ ਸੰਤਾਂ ਦੇ ਨਾਲ ਸਨ ਨਾ, ਮਹਾਂਪੁਰਖਾਂ ਨੇ ਧੱਕੇ ਨਾਲ ਕਿਸੇ ਨੂੰ ਵੀ ਉੱਥੇ ਰੋਕਿਆ ਨਹੀਂ ਸੀ। ਜਦੋਂ ਪਤਾ ਲੱਗਿਆ ਨਾ ਮਾਹੌਲ ਜ਼ਿਆਦਾ ਖਰਾਬ ਹੋ ਗਿਆ ਹੈ, ਫੌਜ ਨੇ ਘੇਰਾ ਪਾ ਲਿਆ ਹੈ, ਤੇ ਕਹਿੰਦੇ ਨੇ ਉਸ ਵੇਲੇ ਬਾਬਾ ਜਰਨੈਲ ਸਿੰਘ ਜੀ ਨੇ, ਮਹਾਂਪੁਰਖਾਂ ਨੇ ਸਾਰੇ ਸਿੰਘਾਂ ਨੂੰ ਬੁਲਾ ਕੇ ਕਹਿਣ ਲੱਗੇ, ਭਾਈ ਹੁਣ ਜਿਹੜਾ ਅੱਗੇ ਆਉਣ ਵਾਲਾ ਸਮਾਂ ਹੈ ਉਹ ਠੀਕ ਨਹੀਂ। ਮੇਰੇ ਕੋਲ ਜਾਂ ਤੇ ਹੁਣ ਸ਼ਹਾਦਤਾਂ ਨੇ, ਜਾਂ ਫਿਰ ਜੇਲਾਂ ਨੇ, ਜਾਂ ਫਿਰ ਫਾਂਸੀਆਂ ਦੇ ਰੱਸੇ ਨੇ। ਜੇ ਕਿਸੇ ਸਿੰਘ ਨੂੰ ਪਰਿਵਾਰ ਦਾ ਮੋਹ ਸਤਾਉਂਦਾ ਹੈ ਉਹ ਵਾਪਸ ਜਾ ਸਕਦਾ, ਕਿਸੇ ਦੇ ਨਾਲ ਜ਼ਬਰਦਸਤੀ ਨਹੀਂ। ਜਿਹਦਾ ਵੀ ਦਿਲ ਕਰਦਾ ਹੈ ਨਾ ਘਰ ਜਾਣ ਨੂੰ, ਤੇ ਉਹ ਜਾ ਸਕਦਾ ਹੈ। ਤੇ ਦੱਸਣ ਵਾਲੇ ਇਹ ਵੀ ਦੱਸਦੇ ਨੇ ਕਿ ਮਹਾਂਪੁਰਖ ਉਹਨਾਂ ਦੀ ਕਮਾਈ ਬਾਰੇ ਤੇ ਪਿਆਰਿਓ ਆਪਾਂ ਸਾਰੇ ਹੀ ਜਾਣਦੇ। ਅੱਜ ਵੀ ਜਦੋਂ ਉਹਨਾਂ ਦੀਆਂ ਰਿਕਾਰਡਿੰਗਾਂ ਸੁਣੀਦੀਆਂ ਨੇ, ਉਹਨਾਂ ਦੇ ਬਚਨ ਸੁਣ ਕੇ ਕਿੰਨਾ ਜੋਸ਼ ਭਰ ਜਾਂਦਾ ਹੈ ਮਨ ਦੇ ਵਿੱਚ। ਅੱਜ ਵੀ ਜੇ ਆਪਾਂ ਸੁਣੀਏ ਉਹਨਾਂ ਦੇ ਬਚਨ, ਸਪੀਚਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਉਸ ਸਮੇਂ ਦੇ ਵਿੱਚ, ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਕਿ ਮਹਾਂਪੁਰਖ ਕਹਿਣ ਲੱਗੇ ਸਾਰੇ ਜਥੇ ਦੇ ਸਿੰਘਾਂ ਨੂੰ ਕਿ ਭਾਈ ਜੇ ਸਾਡੇ ਕੋਲੋਂ ਕਿਸੇ ਵੀ ਸਿੰਘ ਨੂੰ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤੇ ਅਸੀਂ ਮਾਫੀ ਮੰਗਦੇ ਹਾਂ। ਵੇਖੋ ਕਿੰਨੀ ਨਿਮਰਤਾ। ਕਮਾਈ ਤੋਂ ਬਿਨਾ, ਯਾਦ ਰੱਖਿਓ, ਕਮਾਈ ਤੋਂ ਬਿਨਾ ਕਦੇ ਵੀ ਅੰਦਰ ਨਿਮਰਤਾ ਨਹੀਂ ਹੁੰਦੀ। ਕਮਾਈ ਹੋਵੇ, ਕਮਾਈ ਵਾਲਾ ਗੁਰਸਿੱਖੀ ਪਿਆਰਿਓ ਨਿਮਾਣਾ ਬਣ ਕੇ, ਨਤਾਣਾ ਬਣ ਕੇ, ਮਾਣ ਇੰਨਾ ਕਿ ਦਰਗਾਹ ਤੱਕ ਉਹਨਾਂ ਦੀ ਆਵਾਜ਼ ਪਹੁੰਚਦੀ ਹੈ, ਤਾਣ ਇੰਨਾ ਰੱਬ ਤੱਕ ਉਹਨਾਂ ਦੀ ਗੱਲ ਹੈ, ਤਾਂ ਵੀ ਰੱਬ ਦੇ ਪਿਆਰੇ ਨਿਮਾਣੇ ਤੇ ਨਤਾਣੇ ਬਣ ਕੇ ਸੰਸਾਰ ਦੇ ਵਿੱਚ ਰਹਿੰਦੇ ਨੇ। ਤੇ ਭਾਈ ਅਮਰੀਕ ਸਿੰਘ ਜੀ ਦੇ ਘਰੋਂ ਬੀਬੀ ਜੀ ਦੱਸਦੇ, ਕਹਿੰਦੇ ਉੱਥੇ ਜਦੋਂ 4 ਛਪੇਰੇ ਗੋਲੀ ਚੱਲਦੀ ਪਈ ਹੈ, ਤੇ ਜਦੋਂ ਅਸੀਂ ਸਿੰਘਾਂ ਨੂੰ ਵੇਖਿਆ, ਕਿਸੇ ਵੀ ਸਿੰਘ ਦੇ ਚਿਹਰੇ ਤੇ ਕੋਈ ਨਿਰਾਸ਼ਤਾ ਨਹੀਂ। ਸਾਰਿਆਂ ਦੇ ਚਿਹਰਿਆਂ ਦੇ ਉੱਤੇ, ਜਿਹੜੇ ਵੀ ਸਿੰਘ ਉਸ ਵੇਲੇ ਉੱਥੇ ਮੌਜੂਦ ਸਨ, ਕਹਿੰਦੇ ਕਿ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਇੱਕ ਖੁਸ਼ੀ ਹੈ। ਕਹਿੰਦੇ ਏਦਾਂ ਚਾਅ ਹੈ ਉਹਨਾਂ ਨੂੰ ਜਿਵੇਂ ਜੰਜ ਚੜਨ ਵਾਸਤੇ ਤਿਆਰ ਹੋਈਦਾ ਨਾ, ਇਸ ਤਰ੍ਹਾਂ ਸਾਰੇ ਸਿੰਘ ਇੱਕ ਦੂਜੇ ਦੇ ਨਾਲ ਹੱਸਦੇ ਨੇ, ਮਖੌਲ ਕਰਦੇ ਨੇ, ਪਰ ਕੋਈ ਡਰ ਨਹੀਂ ਉਹਨਾਂ ਦੇ ਚਿਹਰਿਆਂ ਤੇ, ਕੋਈ ਨਿਰਾਸ਼ਤਾ ਨਹੀਂ। ਉਹ ਕਹਿਣ ਲੱਗੇ ਇਦਾਂ ਲੱਗਦਾ ਸੀ ਕਿ ਇਹ ਜਿਹੜੀ ਸਾਰੀ ਖੇਡ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਵਰਤ ਰਹੀ ਹੈ। ਗੁਰਬਾਣੀ ਜਿਹੜੀ ਹੈ ਇਹ ਸਿੱਖ ਦੇ ਜੀਵਨ ਦੀ ਬੁਨਿਆਦ ਹੈ। ਜਿਵੇਂ ਆਪਾਂ ਨੀਂਹ ਰੱਖਣੇ ਆ ਨਾ, ਨੀਂਹ ਰੱਖੀ ਦੀ ਹੈ, ਮਕਾਨ ਬਣਾਈਏ, ਜਦੋਂ ਘਰ ਬਣਾਈਏ ਨੀਂਹ ਰੱਖੀਏ। ਗੁਰਬਾਣੀ ਸਿੱਖ ਦਾ ਜੀਵਨ ਸ਼ੁਰੂ ਹੁੰਦਾ ਹੈ ਗੁਰਬਾਣੀ ਤੋਂ। ਤੇ ਜਿਹੜੀ ਕੁਰਬਾਨੀ ਹੈ ਨਾ, ਇਹ ਸਮਝ ਲਓ ਕਲਸ਼ ਹੈ। ਜਿਵੇਂ ਆ ਗੁਰੂ ਘਰ ਤਿਆਰ ਹੁੰਦਾ ਹੈ, ਨੀਂਹ ਰੱਖੀ ਜਾਂਦੀ ਹੈ, ਫਿਰ ਪਿਆਰਿਓ ਸਭ ਤੋਂ ਸਿਖਰ ਤੇ ਗੁੰਬਦ ਬਣਨਾ ਹੈ ਨਾ, ਜਿਹਨੂੰ ਆਪਾਂ ਕਲਸ਼ ਕਹਿੰਦੇ ਆ। ਗੁਰਬਾਣੀ ਸਿੱਖ ਦੇ ਜੀਵਨ ਦੀ ਬੁਨਿਆਦ ਹੈ, ਨੀਂਹ ਹੈ, ਤੇ ਕੁਰਬਾਨੀ ਪਿਆਰਿਓ ਕਲਸ਼ ਹੈ। ਇਹ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ ਕੁਰਬਾਨੀ, ਸ਼ਹਾਦਤ। ਇਬਾਦਤ ਤੋਂ ਬਿਨਾ ਕਦੇ ਵੀ ਪਿਆਰਿਓ ਸ਼ਹਾਦਤ ਨਹੀਂ ਮਿਲਦੀ। ਜਿਗਰਾ ਚਾਹੀਦਾ ਹੈ, ਦਿਲ ਚਾਹੀਦਾ ਹੈ, ਹੱਸ ਹੱਸ ਕੇ ਜਾਨਾਂ ਵਾਰਨੀਆਂ।
ਤੇ ਪਿਆਰਿਓ, ਧੰਨੋ ਸੂਰਮੇ, ਉਹਨਾਂ ਦੇ ਅੰਦਰ ਕਿਹੋ ਜਿਹਾ ਜਜ਼ਬਾ ਹੋਏਗਾ। ਗੁਰਬਾਣੀ ਜਿਹੜੀ ਹੈ ਨਾ, ਸਿੱਖ ਦਾ ਜੀਵਨ ਹੈ। ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਸਨ, ਜਦੋਂ ਸਰਸਾ ਨਦੀ ਦੇ ਕੰਢੇ ਤੇ, ਆਪਾਂ ਪਿਛਲੇ ਤੋਂ ਪਿਛਲੇ ਹਫ਼ਤੇ ਵੀ ਇਹ ਵਿਚਾਰ ਕੀਤੀ ਸੀ, ਸਰਸਾ ਨਦੀ ਦੇ ਕੰਢੇ ਤੇ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਮਹਾਰਾਜ ਕਹਿੰਦੇ ਨੇ ਭਾਈ ਦਇਆ ਸਿੰਘ ਜੀ ਨੂੰ, ਦਇਆ ਸਿੰਘਾ ਅੰਮ੍ਰਿਤ ਵੇਲਾ ਹੋ ਗਿਆ। ਆਪਣੇ ਲਖਤੇ ਜਿਗਰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੂੰ ਨਾਲ ਹੋਰ ਸਿੰਘਾਂ ਨੂੰ ਭੇਜਿਆ ਕਿ ਜਾਓ, ਜਾ ਕੇ ਦੁਸ਼ਮਣ ਦੇ ਨਾਲ ਮੁਕਾਬਲਾ ਕਰੋ। ਤੇ ਮਹਾਰਾਜ ਕਹਿੰਦੇ ਅਸੀਂ ਇੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਦੀਵਾਨ ਸਜਾਵਾਂਗੇ। ਕੀ ਲੋੜ ਪਈ ਸੀ? ਇੱਕ ਪਾਸੇ ਤੇ ਦੁਸ਼ਮਣ ਚੜ ਕੇ ਆ ਗਿਆ, ਦੂਜੇ ਪਾਸੇ ਸਰਸਾ ਨਦੀ ਭਰ ਕੇ ਵਗ ਰਹੀ ਹੈ, ਮੌਸਮ ਵੀ ਖਰਾਬ ਹੈ, ਪਰ ਕਲਗੀਆਂ ਵਾਲੇ ਪਾਤਸ਼ਾਹ ਜੀ ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਨੇ, ਦੀਵਾਨ ਸਜਾਉਂਦੇ ਨੇ। ਮਹਾਰਾਜ ਕਹਿਣ ਲੱਗੇ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਇਹ ਸਿੱਖ ਦੀ ਪੂੰਜੀ ਹੈ। ਪੂੰਜੀ ਤੋਂ ਭਾਵ ਖਜ਼ਾਨਾ। ਮਹਾਰਾਜ ਕਹਿੰਦੇ ਭਾਈ, ਜੇ ਸਿੱਖ ਦੇ ਕੋਲ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਦਾ ਨਿਤਨੇਮ ਹੈ, ਇਹਨੂੰ ਦੁਸ਼ਮਣ ਕਦੇ ਵੀ ਹਰਾ ਨਹੀਂ ਸਕੇਗਾ। ਖਾਲਸੇ ਦੀ ਸਦਾ ਚੜ੍ਹਦੀ ਕਲਾ ਰਹੇਗੀ। ਜਿਸ ਦਿਨ ਖਾਲਸਾ ਬਾਣੀ ਦੇ ਨਾਲੋਂ, ਬਾਣੇ ਦੇ ਨਾਲੋਂ, ਅੰਮ੍ਰਿਤ ਵੇਲੇ ਦੇ ਨਾਲੋਂ ਟੁੱਟ ਗਿਆ, ਦੁਸ਼ਮਣ ਇਹਨੂੰ ਜਿੱਥੇ ਮਰਜੀ ਘੇਰ ਕੇ ਮੁਕਾ ਸਕਦਾ ਹੈ। ਸਿੱਖ ਕੌਣ ਹੈ? ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇਹੀ ਅਰਥ ਨੇ ਨਾ ਸਿੱਖ। ਤੇ ਅੱਜ ਪਿਆਰਿਓ, ਅਸੀਂ ਬਹੁਤੇ ਸਿਆਣੇ ਹੋ ਗਏ ਆ, ਅਸੀਂ ਬਾਣੀਆਂ ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਆ, ਅੰਮ੍ਰਿਤ ਵੇਲੇ ਦਾ ਵੀ ਖੰਡਨ ਕਰੀ ਜਾਂਦੇ ਆ। ਜਿਹੜੇ ਸਿਧਾਂਤ ਸਾਡੇ ਸਤਿਗੁਰਾਂ ਨੇ ਸਾਨੂੰ ਬਖਸ਼ੇ ਨੇ, ਸਿੱਖ ਦਾ ਫਰਜ਼ ਹੈ ਉਹਨਾਂ ਸਿਧਾਂਤਾਂ ਦੇ ਉੱਤੇ ਡਟ ਕੇ ਪਹਿਰਾ ਦੇਣਾ, ਨਾ ਕਿ ਤਰਕ ਕਰਨਾ। ਗੁਰੂ ਦੇ ਸਿਧਾਂਤਾਂ ਤੇ ਕਾਦੇ ਵਾਸਤੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ? ਸਾਡੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਪੂਰਨੇ ਪਾਏ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਜਿਹੋ ਜਿਹਾ ਮਰਜ਼ੀ ਸਮਾਂ ਆ ਜੇ, ਅੰਮ੍ਰਿਤ ਵੇਲਾ ਕਦੇ ਨਾ ਖੰਜਾਇਓ। ਅੰਮ੍ਰਿਤ ਵੇਲੇ ਦਾ ਨਿਤਨੇਮ ਕਦੇ ਵੀ ਟੁੱਟਣ ਨਾ ਦਿਓ, ਭਾਵੇਂ ਜਿੰਨਾ ਮਰਜ਼ੀ ਦੁੱਖ ਆ ਜੇ। ਆਪਣੇ ਕੋਲ ਤੇ ਸੁੱਖ ਹੀ ਬੜੇ ਨੇ। ਕਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਹੱਥੀਂ ਜਿਹੜਾ ਘਰ ਬਣਾਇਆ ਆਨੰਦਪੁਰ ਸਾਹਿਬ, ਛੱਡ ਦਿੱਤਾ। ਆਪਾਂ ਵੀ ਆਪਣੇ ਹੱਥਾਂ ਦੇ ਨਾਲ ਘਰ ਬਣਾਏ ਨੇ। ਮਨ ਦੇ ਵਿੱਚ ਸੋਚ ਕੇ ਵੇਖਿਓ ਕਿੰਨਾ ਔਖਾ ਹੈ ਘਰ ਨੂੰ ਛੱਡਣਾ। ਆਪਣੇ ਪੁੱਤਰ ਸ਼ਹੀਦ ਕਰਾਏ, ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਦੇ ਵੱਲ ਤੋਰਿਆ। ਇੱਥੇ ਬੱਚਿਆਂ ਵਾਲੇ ਬੈਠੇ ਹੋ, ਜਰਾ ਸੋਚ ਕੇ ਵੇਖੋ ਸਾਨੂੰ ਆਪਣੇ ਬੱਚੇ ਕਿੰਨੇ ਪਿਆਰੇ ਨੇ, ਪੁੱਤਰ ਕਿੰਨੇ ਪਿਆਰੇ ਨੇ, ਪਰ ਆਪਣੇ ਹੱਥਾਂ ਦੇ ਨਾਲ ਸ਼ਸਤਰ ਬਸਤਰ ਸਜਾ ਕੇ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰਾਂ ਨੂੰ ਮੈਦਾਨੇ ਜੰਗ ਵੱਲ ਤੋਰਦੇ ਨੇ। ਸਤਿਗੁਰਾਂ ਦੀ ਕੁਰਬਾਨੀਆਂ ਦਾ ਦੇਣ ਨਹੀਂ ਦੇ ਸਕਦੇ। ਸ਼ੁਕਰ ਕਰ ਸਕਦੇ ਆ, ਉਹਨਾਂ ਦੇ ਪਾਏ ਹੋਏ ਪੁਰਨਿਆਂ ਤੇ ਚੱਲਣ ਦਾ ਯਤਨ ਕਰ ਸਕਦੇ ਆ। ਉਹਨਾਂ ਵਰਗੇ ਅਸੀਂ ਬਣ ਨਹੀਂ ਸਕਦੇ, ਪਰ ਘੱਟੋ ਘੱਟ ਜਿਹੜਾ ਉਹ ਰਾਹ ਦੱਸ ਕੇ ਗਏ ਨੇ, ਜਿਹੜੇ ਉਹ ਪੂਰਨੇ ਪਾ ਕੇ ਗਏ ਨੇ, ਜਿਹੜੇ ਉਹ ਸਿਧਾਂਤ ਸਾਨੂੰ ਬਖਸ਼ ਕੇ ਗਏ ਨੇ, ਉਹਨਾਂ ਸਿਧਾਂਤਾਂ ਤੇ ਚੱਲਣ ਦਾ ਯਤਨ ਤੇ ਕਰ ਸਕਦੇ ਆ ਨਾ। ਪਰ ਅਸੀਂ ਤੇ ਹੋਰ ਪਾਸੇ ਨੂੰ ਚੱਲ ਪਏ, ਸਿਧਾਂਤਾਂ ਦਾ ਖੰਡਨ ਕਰਨ ਲੱਗ ਪਏ। ਅੰਮ੍ਰਿਤ ਵੇਲੇ ਦਾ ਖੰਡਨ, ਗੁਰੂ ਮੰਤਰ ਦਾ ਖੰਡਨ ਕੀ ਵਾਰ-ਵਾਰ ਜਪਣ ਦੇ ਨਾਲ ਕੀ ਹੁੰਦਾ ਹੈ? ਕਦੀ ਪੰਜਾਂ ਬਾਣੀਆਂ ਦੇ ਉੱਤੇ ਕਿੰਤੂ ਪਰੰਤੂ। ਸਿੱਖ ਦਾ ਕਰਮ ਹੈ
ਬਸ ਗੁਰੂ ਦੇ ਹੁਕਮ ਨੂੰ ਮੰਨਣਾ, ਸਿਰ ਝੁਕਾ ਕੇ, ਨਾ ਕਿ ਕਿੰਤੂ ਪਰੰਤੂ ਕਰਨਾ। ਦੁਬਦਾ ਦੇ ਵਿੱਚ, ਦਵੈਤ ਭਾਵ ਦੇ ਵਿੱਚ ਸੰਗਤ ਜੀ ਕਦੇ ਵੀ ਪੈਣਾ ਨਹੀਂ ਚਾਹੀਦਾ। ਕੋਈ ਵੀ ਗੱਲ ਹੈ ਨਾ, ਕੋਈ ਅੰਮ੍ਰਿਤ ਵੇਲੇ ਦਾ ਖੰਡਨ ਕਰਦਾ, ਸੁਣ ਕੇ ਹੀ ਪਿੱਛੇ ਨਾ ਲੱਗ ਜਿਆ ਕਰੋ। ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਵੇਖੋ। ਅੰਮ੍ਰਿਤ ਵੇਲੇ ਉੱਠ ਕੇ ਵੇਖੋ, 5 ਮਹੀਨੇ 6 ਮਹੀਨੇ ਸਾਲ ਉੱਠ ਕੇ ਵੇਖੋ, ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਕਿ ਅੰਮ੍ਰਿਤ ਵੇਲੇ ਦੇ ਵਿੱਚ ਕੀ ਕਿਰਪਾ ਹੈ, ਕੀ ਬਰਕਤ ਹੈ। ਤੇ ਆਪਾਂ ਮਹਾਂਪੁਰਖਾਂ ਦੇ ਕੋਲੋਂ ਇਹ ਬਚਨ ਪਤਾ ਨਹੀਂ ਕਿੰਨੀ ਵਾਰ ਸਰਵਣ ਕੀਤਾ ਹੋਏਗਾ, ਜਿਨੇ ਰਾਜਿਆਂ ਵਰਗੀ ਜ਼ਿੰਦਗੀ ਜਿਉਣੀ ਹੈ ਨਾ, ਅੰਮ੍ਰਿਤ ਵੇਲਾ ਸਾਂਭ ਲਵੇ। ਜਿਸ ਸਿੱਖ ਦੇ ਕੋਲ ਅੰਮ੍ਰਿਤ ਵੇਲਾ ਹੈ, ਉਹਨੂੰ ਗੁਰੂ ਦੇ ਕੋਲ ਦਾਤਾ ਮੰਗਣ ਦੀ ਲੋੜ ਨਹੀਂ ਪੈਂਦੀ। ਗੁਰੂ ਆਪ ਝੋਲੀਆਂ ਭਰ ਦਿੰਦਾ ਦਾਤਾਂ ਦੇ ਨਾਲ। ਬੜੀ ਵਾਰੇ ਬਚਨ ਆਪਾਂ ਮਹਾਂਪੁਰਖਾਂ ਦੇ ਕੋਲੋਂ ਸਰਵਣ ਕੀਤਾ। ਕਿਉਂ ਮਹਾਂਪੁਰਖ ਇਹ ਬਚਨ ਬਾਰ-ਬਾਰ ਸੰਗਤ ਦੇ ਵਿੱਚ ਦੱਸਦੇ ਨੇ? ਕਿਉਂਕਿ ਉਹਨਾਂ ਦੇ ਜੀਵਨ ਦਾ ਅਨੁਭਵ ਹੈ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਵੇਖਿਆ, ਕਮਾ ਕੇ ਵੇਖਿਆ, ਅੰਮ੍ਰਿਤ ਵੇਲੇ ਦੇ ਵਿੱਚ ਕੀ ਬਰਕਤ ਹੈ, ਕੀ ਵਡਿਆਈ ਹੈ। ਮਹਾਂਪੁਰਖਾਂ ਦੇ ਜਿਹੜੇ ਬਚਨ ਹੁੰਦੇ ਨੇ ਪਿਆਰਿਓ, ਅਨੁਭਵ ਭਰੇ ਹੁੰਦੇ ਨੇ। ਉਹ ਆਪਣੇ ਜੀਵਨ ਦਾ ਅਨੁਭਵ ਸੰਗਤਾਂ ਦੇ ਨਾਲ ਸਾਂਝਾ ਕਰਦੇ ਨੇ। ਵਿਚਾਰ ਚੱਲਦੀ ਪਈ ਸੀ ਛੇਵੇਂ ਪਾਤਸ਼ਾਹ ਜੀ ਦੇ ਵੇਲੇ, ਗੁਰਬਾਣੀ ਦੇ ਯੁੱਗ ਤੋਂ ਫਿਰ ਗੁਰਬਾਣੀ ਦਾ ਯੁੱਗ ਆਰੰਭ ਹੋਇਆ, ਆਰੰਭਤਾ ਹੋਈ। ਛੇਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਤਿਆਰ ਬਰ ਤਿਆਰ ਰਹਿਣ ਦੀ, ਸ਼ਸਤਰ ਬਸਤਰ ਸਜਾ ਕੇ ਰਹਿਣ ਦੀ ਪ੍ਰੇਰਣਾ ਦਿੱਤੀ। ਮਹਾਰਾਜ ਜੀ ਨੇ ਇਹ ਹੁਕਮ ਕੀਤਾ, ਜਿਹੜਾ ਵੀ ਸਾਡੇ ਕੋਲ ਆਵੇ ਉਹ ਸ਼ਸਤਰ ਲੈ ਕੇ ਆਵੇ, ਘੋੜੇ ਲੈ ਕੇ ਆਵੇ, ਆਪਣੀਆਂ ਜਵਾਨੀਆਂ ਵੀ ਭੇਟ ਕਰੇ। ਤੇ ਫਿਰ ਪਿਆਰਿਓ, ਛੇਵੇਂ ਪਾਤਸ਼ਾਹ ਜੀ ਤੋਂ ਅੱਗੇ ਚੱਲ ਕੇ ਆਪਾਂ ਨੂੰ ਪਤਾ ਹੈ ਮੀਣਿਆਂ ਦਾ ਕਬਜ਼ਾ ਹੋ ਜਾਂਦਾ ਹਰਿਮੰਦਰ ਸਾਹਿਬ ਤੇ। ਮਸੰਦ ਕਾਬਜ ਹੋ ਜਾਂਦੇ ਨੇ, ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਨੇ ਹਰਿਮੰਦਰ ਸਾਹਿਬ ਤੇ ਉਹ ਅੱਗੋਂ ਦਰਵਾਜ਼ੇ ਨਹੀਂ ਖੋਲਦੇ। ਤੇ ਆਪਾਂ ਵੇਖਦੇ ਆ ਨਾ, ਉਸ ਅਸਥਾਨ ਦੇ ਦਰਸ਼ਨ ਕਰਨੇ ਆ ਜਦੋਂ ਹਰਿਮੰਦਰ ਸਾਹਿਬ ਜਾਈਏ, ਉਹ ਥੜਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਫਿਰ ਉੱਥੇ ਬਹਿ ਕੇ ਚਲੇ ਗਏ ਸਨ। ਤੇ ਫਿਰ ਵੇਲਾ ਆਇਆ ਭਾਈ ਮਣੀ ਸਿੰਘ ਜੀ। ਭਾਈ ਮਣੀ ਸਿੰਘ ਜੀ ਦੇ ਵੇਲੇ ਫਿਰ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਭਾਈ ਮਣੀ ਸਿੰਘ ਜੀ ਨੂੰ ਭੇਜਿਆ ਕਿ ਜਾਓ, ਜਾ ਕੇ ਹਰਿਮੰਦਰ ਸਾਹਿਬ ਦਾ, ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲਵੋ। ਭਾਈ ਮਣੀ ਸਿੰਘ ਜੀ ਹਰਿਮੰਦਰ ਸਾਹਿਬ ਪਹੁੰਚਦੇ ਨੇ ਤੇ ਉੱਥੇ ਆਪਾਂ ਨੂੰ ਪਤਾ ਹੈ 2 ਧੜੇ ਬਣੇ ਹੋਏ ਸਨ, ਬੰਦਈ ਖਾਲਸਾ ਤੇ ਤਤ ਖਾਲਸਾ। ਚਲੋ ਭਾਈ ਮਣੀ ਸਿੰਘ ਜੀ ਕਮਾਈ ਵਾਲੇ ਗੁਰਸਿੱਖ ਸਨ, ਬੰਦਗੀ ਵਾਲੀ ਰੂਹ ਸਨ, ਰੰਗੇ ਹੋਏ ਸਨ, ਗੁਰੂ ਦੇ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਭਿੱਜੇ ਹੋਏ ਸਨ। ਸਮਝੌਤਾ ਹੋਇਆ, ਸਾਰਾ ਪ੍ਰਬੰਧ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਵੀ ਕਰਦੇ ਨੇ ਮੁੱਖ ਗ੍ਰੰਥੀ ਦੀ, ਤੇ ਨਾਲੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪ੍ਰਬੰਧ ਭਾਈ ਮਣੀ ਸਿੰਘ ਜੀ ਸੰਭਾਲਦੇ ਨੇ। ਤੇ ਉਦੋਂ ਫਿਰ ਵਿਚਾਰ ਹੋਈ, ਗੁਰਮਤਾ ਹੋਇਆ ਕਿ ਦੀਵਾਲੀ ਦਾ ਜਿਹੜਾ ਮੇਲਾ ਹਰਿਮੰਦਰ ਸਾਹਿਬ ਮਨਾਇਆ ਜਾਏ। ਭਾਵੇਂ ਕਿ ਸਰਕਾਰ ਨੇ ਆਖਿਆ ਸੀ ਕਿ ਤੁਹਾਨੂੰ ਟੈਕਸ ਤਾਰਨਾ ਪਵੇਗਾ, ਰਜਾਮੰਦੀ ਹੋ ਗਈ ਕਿ ਜੇ ਸੰਗਤ ਆਏਗੀ ਅਸੀਂ ਟੈਕਸ ਭਰ ਦੇਾਂਗੇ।
ਪਰ ਸਰਕਾਰ ਦੀ ਉਸ ਵੇਲੇ ਨੀਅਤ ਬਦਲ ਗਈ। ਨਾਲੇ ਤੇ ਕਹਿੰਦੇ ਸਾਡੇ ਕੋਲ ਪੈਸੇ ਆ ਜਾਣਗੇ, ਨਾਲੇ ਜੋੜ ਮੇਲੇ ਤੇ ਸਿੱਖ ਇਕੱਠੇ ਹੋਣਗੇ, ਇੱਕੋ ਦਮ ਹਮਲਾ ਕਰਕੇ ਇਹ ਸਿੱਖ ਮੁਕਾ ਦੇਾਂਗੇ। ਤੇ ਜਦੋਂ ਭਾਈ ਮਨੀ ਸਿੰਘ ਨੂੰ ਸਰਕਾਰ ਦੀ ਇਸ ਨੀਅਤ ਦਾ ਪਤਾ ਲੱਗਾ, ਭਾਈ ਮਨੀ ਸਿੰਘ ਜੀ ਨੇ ਸੰਗਤ ਨੂੰ ਦੁਬਾਰਾ ਸੁਨੇਹੇ ਭੇਜ ਦਿੱਤੇ, ਭਾਈ ਕੋਈ ਨਾ ਆਵੇ, ਸਰਕਾਰ ਦੀ ਨੀਅਤ ਖੋਟੀ ਹੈ, ਅੰਦਰੋਂ ਮਾੜੀ ਹੈ। ਕਈਆਂ ਨੂੰ ਸੁਨੇਹੇ ਮਿਲ ਗਏ, ਕਈ ਸੰਗਤਾਂ ਆਈਆਂ, ਉਹਨਾਂ ਨੂੰ ਰਸਤੇ ਦੇ ਵਿੱਚ ਹੀ ਸ਼ਹੀਦ ਕੀਤਾ ਗਿਆ, ਕਈਆਂ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਦਿਆਂ ਸ਼ਹੀਦ ਕਰ ਦਿੱਤਾ ਗਿਆ। ਅੰਤ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤੇ ਪਿਆਰਿਓ, ਜਿਹੜਾ ਗੁਰੂ ਦਾ ਸਿੱਖ ਹੁੰਦਾ ਹੈ ਨਾ, ਉਹ ਮੌਤ ਤੋਂ ਕਿੱਥੇ ਡਰਦਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਿਨੇ ਨਿਰਭਉ ਨੂੰ ਜਪ ਲਿਆ, ਫਿਰ ਪਿਆਰਿਓ ਉਹਨੂੰ ਮੌਤ ਦਾ ਭੈ ਵੀ ਡਰਾ ਨਹੀਂ ਸਕਦਾ, ਉਹ ਡਰਦਾ ਨਹੀਂ ਮੌਤ ਤੋਂ ਵੀ। ਨਿਰਭਉ ਜਪੈ ਸਗਲ ਭਉ ਮਿਟੈ। ਜਿਨੇ ਨਿਰਭਉ ਨੂੰ ਜਪਿਆ ਨਾ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ, ਇੱਕ ਓੰਕਾਰ ਨੂੰ ਜਿਨ੍ਹਾਂ ਨੇ ਜਪਿਆ, ਉਹ ਪਰਮਾਤਮਾ ਨਿਰਭਉ ਹੈ। ਆਪਾਂ ਪੜ੍ਹਨੇ ਆ ਨਾ ਮੂਲ ਮੰਤਰ ਦੇ ਵਿੱਚ ਕਿ ਨਿਰਭਉ ਨਿਰਵੈਰ, ਉਹਨੂੰ ਨਾ ਕਿਸੇ ਦਾ ਭਉ ਹੈ। ਤੇ ਜਿਹੜਾ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਗੁਰਮਤਿ ਨਾਮ ਜਪਦਾ ਹੈ, ਵਾਹਿਗੁਰੂ ਮੰਤਰ ਜਪਦਾ ਹੈ, ਮੂਲ ਮੰਤਰ ਜਪਦਾ ਹੈ, ਉਹਦੇ ਵੀ ਸਾਰੇ ਭੈ ਮੁੱਕ ਜਾਂਦੇ ਨੇ। ਤੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ। ਤੇ ਆਪਾਂ ਸਾਰੇ ਹੀ ਜਾਣਦੇ ਹਾਂ, ਉੱਥੇ ਫਿਰ ਬੰਦ ਕੱਟ ਕੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਆਪਣਾ ਆਪ ਉਹਨਾਂ ਮਰ ਜੀਵੜਿਆਂ ਨੇ ਕੁਰਬਾਨ ਕਰ ਦਿੱਤਾ, ਆਪਾ ਵਾਰ ਦਿੱਤਾ, ਬੰਦ ਕਟਵਾਲੇ, ਖੋਪਰ ਲੋਹਾਲੇ, ਦੇਗਾਂ ਚ ਕੱਢ ਗਏ, ਆਰਿਆਂ ਤੇ ਚੜ ਗਏ, ਪਰ ਸਿੱਖੀ ਸਿਦਕ ਨਹੀਂ ਹਾਰਿਆ। ਸਿੱਖੀ ਨੂੰ ਦਾਗ ਨਾ ਲਾਇਆ, ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ, ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ, ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ, ਉਹ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ। ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ, ਸਿੱਖੀ ਨੂੰ ਦਾਗ ਨਾ ਕੋਈ ਲਾਇਆ, ਦਾਗ ਨਾ ਜੀ ਲਾਇਆ, ਪੁਰਜਾ ਹੋ ਗਏ ਸੂਰਮੇ, ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ, ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ, ਉਹ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ, ਪੁਰਜਾ ਹੋ ਗਏ ਸੂਰਮੇ। ਤੇਰੀ ਸਿੱਖੀ ਨੂੰ ਦਾਗ ਨਾ ਲਾਇਆ,
ਪੁਰਜਾ ਕਟ ਮਰੈ ਕਬਹੁ ਨ ਛਾੜੈ ਗੇਤ। ਆਪਣਾ ਆਪ ਕੁਰਬਾਨ ਕਰ ਦਿੱਤਾ। ਮਰ ਜੀਵੜਿਆਂ ਨੇ ਬੰਦ ਬੰਦ ਕੱਟ ਕੇ ਭਾਈ ਮਣੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਫਿਰ ਵੇਲਾ ਆਇਆ ਜ਼ਕਰੀਏ ਖਾਂ ਦਾ, ਜਿਨੇ ਸਿੱਖਾਂ ਦੇ ਉੱਤੇ ਜ਼ੁਲਮ ਦੀ ਹਨੇਰੀ ਚਲਾਈ। ਮੱਸੇ ਰੰਗੜ ਨੂੰ ਹਰਮੰਦਰ ਸਾਹਿਬ ਭੇਜਿਆ, ਜਿੱਥੇ ਹਰਮੰਦਰ ਸਾਹਿਬ ਦੇ ਵਿੱਚ ਗੁਰਬਾਣੀ ਦੀਆਂ ਧੁਨਾਂ ਉੱਠਦੀਆਂ ਸਨ, ਗੁਰਬਾਣੀ ਦਾ ਕੀਰਤਨ ਹੁੰਦਾ ਸੀ। ਉੱਥੇ ਹੁਣ ਘੁੰਗਰੂਆਂ ਦੀ ਆਵਾਜ਼ ਆਉਂਦੀ ਹੈ। ਜਿੱਥੇ ਬਹਿ ਕੇ ਗੁਰੂ ਕੇ ਸਿੱਖ ਤੁਰਕੀ ਬਾਣੀ ਦਾ ਕੀਰਤਨ ਸੁਣ ਕੇ ਆਨੰਦ ਮਾਣਦੇ ਸਨ, ਉੱਥੇ ਉਸ ਹਰਮੰਦਰ ਦੇ ਵਿੱਚ ਮੱਸੇ ਰੰਗੜ ਨੇ ਹੁੱਕਾ ਪੀਤਾ। ਸਿੱਖਾਂ ਦੇ ਘਰ ਉਜਾੜ ਦਿੱਤੇ ਗਏ। ਜਿੱਥੇ ਕਿਤੇ ਵੀ ਸਿੱਖ ਨਜ਼ਰ ਆਉਂਦਾ ਹੈ ਉਹਨੂੰ ਕਤਲ ਕਰ ਦਿੱਤਾ ਜਾਂਦਾ ਹੈ, ਸ਼ਹੀਦ ਕਰ ਦਿੱਤਾ ਜਾਂਦਾ ਹੈ। ਉਹਨਾਂ ਵੇਲਿਆਂ ਦੇ ਵਿੱਚ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਜਾ ਕੇ ਸਿੰਘਾਂ ਨੇ ਨਿਵਾਸ ਕੀਤੇ। ਯਾਦ ਕਰਕੇ ਵੇਖੀਏ ਉਹਨਾਂ ਵੇਲਿਆਂ ਨੂੰ। ਅੱਜ ਜੇ ਅਸੀਂ ਕੋਠੀਆਂ ਦੇ ਵਿੱਚ ਸੁੱਖਾਂ ਦੀ ਨੀਂਦ ਸੌਂਦੇ ਆ ਨਾ, ਉਹਨਾਂ ਵੱਡਿਆਂ ਦੀ ਬਦੌਲਤ, ਜਿਨ੍ਹਾਂ ਨੇ ਸਾਰੀਆਂ ਰਾਤਾਂ ਜਾ ਕੇ ਘੋੜਿਆਂ ਦੀਆਂ ਕਾਠੀਆਂ ਤੇ ਗੁਜ਼ਾਰੀਆਂ। ਜੰਗਲਾਂ ਦੇ ਵਿੱਚ ਰਹੇ, ਆਪਣੇ ਘਰ ਛੱਡ ਕੇ, ਜ਼ਮੀਨਾਂ ਜਾਇਦਾਦਾਂ ਛੱਡ ਕੇ, ਤੇ ਕਹਿੰਦੇ ਨੇ ਭਾਈ ਗੁਲਾਬਾ ਸਿੰਘ ਜਦੋਂ ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਬੀਕਾਨੇਰ ਦੇ ਜੰਗਲਾਂ ਦੇ ਵਿੱਚ ਜਾ ਕੇ ਖਾਲਸੇ ਪੰਥ ਨੂੰ ਮਿਲਿਆ। ਪੰਥ ਨੇ ਪੁੱਛਿਆ ਅੰਮ੍ਰਿਤਸਰ ਸਾਹਿਬ ਦਾ, ਪੁੱਛਿਆ ਭਾਈ ਗੁਲਾਬੇ ਸਿੰਘ ਕੋਲੋਂ ਕੁਝ ਬੋਲਿਆ ਨਾ ਗਿਆ, ਉੱਚੀ ਉੱਚੀ ਰੋਣ ਲੱਗ ਪਿਆ। ਸਾਰਾ ਹਾਲ ਦੱਸਿਆ ਵੀ ਇਸ ਤਰ੍ਹਾਂ ਮੱਸਾ ਰੰਗੜ ਉੱਥੇ ਹਰਮੰਦਰ ਦੇ ਵਿੱਚ ਬਹਿ ਕੇ ਹੁੱਕਾ ਪੀਂਦਾ, ਕੰਜਰੀਆਂ ਨਾਚ ਕਰਦੀਆਂ ਨੇ। ਫਿਰ ਉਸ ਵੇਲੇ ਸੰਗਤ ਦੇ ਵਿੱਚੋਂ ਭਾਈ ਮਹਿਤਾਬ ਸਿੰਘ ਮੀਰਾ ਕੋਟੀਆ ਖੜਾ ਹੋਇਆ। ਆਪਾਂ ਸਾਰਿਆਂ ਨੂੰ ਇਤਿਹਾਸ ਪਤਾ ਹੈ। ਨਾਲ ਭਾਈ ਸੁੱਖਾ ਸਿੰਘ, ਕਲਗੀਧਰ ਪਾਤਸ਼ਾਹ ਜੀ ਨੇ ਮੈਦਾਨੇ ਜੰਗ ਵੱਲ ਆਪਣੇ ਪੁੱਤਰਾਂ ਦੀ ਜੋੜੀ ਨੂੰ ਤੋਰਿਆ। ਜੇ ਮੱਸੇ ਰੰਗੜ ਨੂੰ ਸੋਧਣ ਦੀ ਵਾਰੀ ਆਈ ਤਾਂ ਵੀ ਪਿਆਰਿਓ ਜੋੜੀ ਸਿੰਘਾਂ ਦੀ ਆਈ ਹੈ। ਜੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੁਰੇ ਨੇ, ਜੋੜੀ ਸਾਹਿਬਜ਼ਾਦਿਆਂ ਦੀ ਤੁਰੀ ਹੈ। ਤੇ ਜੇ ਦਿੱਲੀ ਵੱਲ ਸੋਧਣ ਵਾਸਤੇ ਤੁਰੇ ਨੇ ਤਾਂ ਵੀ ਸੂਰਮਿਆਂ ਦੀ ਜੋੜੀ ਤੁਰੀ ਹੈ। ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ ਪੰਥ ਦੀ ਅਸੀਸ ਲੈ ਕੇ ਫਿਰ ਇੱਥੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ। ਸਾਰਾ ਇਤਿਹਾਸ ਆਪਾਂ ਨੂੰ ਪਤਾ ਹੈ, ਇੰਨਾ ਸਮਾਂ ਨਹੀਂ, ਸੰਖੇਪ ਦੇ ਵਿੱਚ ਬੇਨਤੀ ਕਰਨੀ ਹੈ। ਉਹਦਾ ਸਿਰ ਵੱਢ ਕੇ ਜਾ ਕੇ ਪੰਥ ਦੇ ਅੱਗੇ ਪੇਸ਼ ਕੀਤਾ। ਫਿਰ ਪਿਆਰਿਓ ਸਮਾਂ ਹੁੰਦਾ ਹੈ, ਅਗਲਾ ਹਮਲਾ ਹੋਇਆ ਯਹੀਆ ਖਾਨ ਦੇ ਵੇਲੇ ਲਖਪਤ ਰਾਏ, ਜਿਹਦਾ ਭਰਾ ਮਾਰਿਆ ਗਿਆ ਸੀ ਜਸਪਤ ਰਾਏ। ਲਖਪਤ ਰਾਏ ਨੇ ਜਦੋਂ ਸਾਹਮਣੇ ਗਿਆ ਨਾ ਯਹੀਆ ਖਾਨ ਦੇ, ਕਹਿਣ ਲੱਗਾ, ਆਪਣੀ ਪੱਗ ਸਿਰ ਤੋਂ ਲਾ ਕੇ ਕਹਿਣ ਲੱਗਾ, ਜਿੰਨੀ ਦੇਰ ਤੱਕ ਮੈਂ ਸਿੱਖਾਂ ਦਾ ਖੁਰਾ ਖੋਜ ਨਹੀਂ ਨਾ ਮਿਟਾ ਦਿੰਦਾ, ਸਿੱਖ ਨਹੀਂ ਖਤਮ ਕਰ ਦਿੰਦਾ, ਉਨੀ ਦੇਰ ਤੱਕ ਮੈਂ ਆਪਣੀ ਪੱਗ ਸਿਰ ਤੇ ਨਹੀਂ ਬੰਨਦਾ। ਲਖਪਤ ਰਾਏ ਨੇ ਆ ਕੇ ਹਰਮੰਦਰ ਸਾਹਿਬ ਹਮਲਾ ਕੀਤਾ।
ਪਵਿੱਤਰ ਸਰੋਵਰ ਨੂੰ ਪੂਰ ਦਿੱਤਾ। ਕਹਿੰਦੇ ਉਸੇ ਹੀ ਸਾਲ ਫਿਰ ਹਕੂਮਤ ਨੇ ਕਰਵਟ ਲਈ। ਜਿਹੜਾ ਲਾਹੌਰ ਦਾ ਸੂਬਾ ਸੀ ਉਹ ਨਵਾਂ ਬਣਿਆ। ਉਹ ਜਿਹੜਾ ਨਵਾਂ ਸੂਬੇਦਾਰ ਬਣਿਆ ਸੀ ਉਹਨੇ ਪੁਰਾਣੇ ਸੂਬੇ ਨੂੰ ਤੇ ਲਖਪਤ ਰਾਏ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਕਹਿੰਦੇ ਜਦੋਂ ਜੇਲ੍ਹ ਦੇ ਵਿੱਚ ਬੰਦ ਕੀਤਾ ਨਾ ਤੇ ਨਵੇਂ ਸੂਬੇਦਾਰ ਨੇ ਆਪਣਾ ਦੀਵਾਨ ਬਣਾਇਆ, ਦੀਵਾਨ ਕੋੜਾ ਮੱਲ, ਜਿਸ ਦੀਵਾਨ ਨੂੰ ਪੰਥ ਨੇ ਫਿਰ ਨਾਮ ਦਿੱਤਾ ਦੀਵਾਨ ਮਿੱਠਾ ਮੱਲ। ਇਸ ਦੀਵਾਨ ਕੋੜੇ ਮੱਲ ਨੇ ਉਸ ਸਮੇਂ ਦੇ ਸੂਬੇਦਾਰ ਨੂੰ 8 ਲੱਖ ਰੁਪਈਆ ਪੇਸ਼ ਕਰਕੇ ਲਖਪਤ ਰਾਏ ਨੂੰ ਪੰਥ ਦੇ ਅੱਗੇ ਪੇਸ਼ ਕੀਤਾ। 8 ਲੱਖ ਰੁਪਈਆ ਦੀਵਾਨ ਕੋੜਾ ਮੱਲ ਨੇ, ਕਿਉਂਕਿ ਲਖਪਤ ਰਾਏ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਸੀ, ਪਵਿੱਤਰ ਸਰੋਵਰ ਨੂੰ ਪੂਰਿਆ ਸੀ। ਫਿਰ ਦੀਵਾਨ ਕੋੜਾ ਮੱਲ ਜਦੋਂ ਦੀਵਾਨ ਬਣਦਾ ਉਹਨੇ ਫਿਰ 8 ਲੱਖ ਰੁਪਈਆ ਭਰ ਕੇ ਲਖਪਤ ਰਾਏ ਨੂੰ ਜੇਲ੍ਹ ਦੇ ਵਿੱਚੋਂ ਕਢਵਾ ਕੇ ਖਾਲਸੇ ਪੰਥ ਦੇ ਅੱਗੇ, ਸਿੱਖਾਂ ਦੇ ਅੱਗੇ ਪੇਸ਼ ਕੀਤਾ ਕਿ ਆ ਤੁਹਾਡਾ ਗੁਨਹਗਾਰ ਹੈ। ਫਿਰ ਪੰਥ ਨੇ ਲਖਪਤ ਰਾਏ ਦੇ ਕੋਲੋਂ ਹੀ ਜਿਹੜਾ ਸਰੋਵਰ ਉਹਨੇ ਪੂਰਿਆ ਸੀ ਨਾ, ਉਹ ਮਿੱਟੀ ਲਖਪਤ ਰਾਏ ਦੇ ਕੋਲੋਂ ਹੀ ਬਾਹਰ ਕਢਵਾਈ। ਬਾਹਰ ਕਢਵਾ ਕੇ ਫਿਰ ਉਸ ਤੋਂ ਬਾਅਦ ਜੋ ਲਖਪਤ ਰਾਏ ਦੀ ਮੌਤ ਹੁੰਦੀ ਹੈ, ਫਿਰ ਅਗਲਾ ਹਮਲਾ ਹੁੰਦਾ ਹੈ, ਮੀਰ ਮੰਨੂ ਕਰਦਾ ਹੈ। ਮੀਰ ਮੰਨੂ ਦੇ ਵੇਲੇ ਵੀ ਪਿਆਰਿਓ ਬੜੀ ਜ਼ੁਲਮ ਦੀ ਹਨੇਰੀ ਚੱਲਦੀ ਹੈ ਪੰਥ ਦੇ ਉੱਤੇ। ਆਪਾਂ ਇਹ ਆਮ ਇਹ ਬਚਨ ਸੁਣੇ ਨੇ, ਮੰਨੂ ਸਾਦੀ ਦਾਤਰੀ ਅਸੀਂ ਮੰਨੂ ਦੇ ਸੋਏ, ਉਹ ਜਿਉਂ-ਜਿਉਂ ਸਾਨੂੰ ਵੱਢਦਾ ਸੀ ਦੂਣ ਸਵਾਏ ਹੋਏ। ਜਿਵੇਂ ਜਿਵੇਂ ਉਹ ਸਿੱਖਾਂ ਨੂੰ ਸ਼ਹੀਦ ਕਰਦਾ ਹੈ ਨਾ, ਤੇ ਸਿੰਘ ਕਹਿੰਦੇ ਨੇ ਮੀਰ ਮੰਨੂ ਨੂੰ ਜਿੰਨਾ ਮਰਜੀ ਜ਼ੋਰ ਲਾ ਲੈ, ਇਹ ਸਿੰਘ ਮਕਾਇਆ ਨਹੀਂ ਮੁੱਕਣੇ। ਇਹ ਬਾਜਾਂ ਵਾਲੇ ਦਾ ਸਜਾਇਆ ਹੋਇਆ ਪੰਥ ਹੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਦੇ ਵਿੱਚ ਖਾਲਸੇ ਪੰਥ ਦਾ ਇਸ ਧਰਤੀ ਤੇ ਆਗਾਜ਼ ਹੋਇਆ ਹੈ, ਪ੍ਰਗਟ ਹੋਇਆ ਹੈ। ਇਹ ਨਹੀਂ ਮੁੱਕਣ ਵਾਲਾ। ਸਿੰਘ ਕਹਿੰਦੇ ਨੇ ਮੀਰ ਮੰਨੂ ਨੂੰ, ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, 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 ਜ਼ਾਲਮਾ ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ। ਭਾਵੇਂ ਪੋਰੀ ਪੋਰੀ ਕਰਦੇ, ਭਾਵੇਂ ਪੋਰੀ ਪੋਰੀ ਕਰਦੇ, ਪੋਰੀ ਪੋਰੀ ਕਰਦੇ, ਭਾਵੇਂ ਪੋਰੀ ਪੋਰੀ ਕਰਦੇ, ਭਾਵੇਂ ਪੋਰੀ ਪੋਰੀ ਕਰਦੇ, 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 ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜ਼ਾਲਮਾ ਸਿੰਘ ਨਹੀਂ ਮੁਕਾਇਆ ਮੁਕਣੇ, ਜ਼ਾਲਮਾ
ਸਿੰਘ ਕਹਿੰਦੇ ਇਹ ਪੰਥ ਅਕਾਲ ਪੁਰਖ ਵਾਹਿਗੁਰੂ ਦੀ ਮੋਜ ਦੇ ਵਿੱਚ, ਹੁਕਮ ਦੇ ਵਿੱਚ ਪ੍ਰਗਟ ਹੋਇਆ। ਬੜਿਆਂ ਨੇ ਮਕਾਉਣ ਦਾ ਯਤਨ ਕੀਤਾ, ਬੜੇ ਹਮਲੇ ਖਾਲਸੇ ਪੰਥ ਦੇ ਉੱਤੇ ਹੋਏ ਨੇ, ਹੋ ਰਹੇ ਨੇ ਤੇ ਹੁੰਦੇ ਰਹਿਣਗੇ, ਪਰ ਖਾਲਸਾ ਪਿਆਰਿਓ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹੇਗਾ, ਕਿਉਂਕਿ ਖਾਲਸਾ ਹੈ ਹੀ ਚੜ੍ਹਦੀ ਕਲਾ ਦਾ ਪ੍ਰਤੀਕ। ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹਿਣਾ। ਇਤਿਹਾਸ ਪਿਆਰਿਓ ਸਾਡੇ ਵਾਸਤੇ ਸਿੱਖਿਆ ਹੈ, ਬੰਦ ਕਟਵਾ ਕੇ ਵੀ ਚੜ੍ਹਦੀ ਕਲਾ ਦੇ ਵਿੱਚ, ਖੋਪਰ ਲੁਹਾ ਕੇ ਵੀ ਚੜ੍ਹਦੀ ਕਲਾ ਦੇ ਵਿੱਚ, ਚਰਖੜੀਆਂ ਤੇ ਚੜ੍ਹ ਕੇ ਵੀ ਚੜ੍ਹਦੀ ਕਲਾ ਦੇ ਵਿੱਚ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦਾਂ ਦੇ ਸਿਰਤਾਜ, ਸ਼ਹਾਦਤਾਂ ਦੀ ਸਿੱਖ ਪੰਥ ਦੇ ਵਿੱਚ ਨੀਂਹ ਰੱਖਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਸਿਖਾਇਆ ਪਾਤਸ਼ਾਹ ਜੀ ਨੇ ਤੱਤੀ ਤਵੀ ਤੇ ਬਹਿ ਕੇ ਕਿਵੇਂ ਵਾਹਿਗੁਰੂ ਦੇ ਭਾਣੇ ਨੂੰ ਮੰਨਣਾ ਹੈ, ਇਹ ਸਾਨੂੰ ਦੱਸ ਕੇ ਗਏ। ਕੱਲਾ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਲਿਖਿਆ ਨਹੀਂ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮਹਾਰਾਜ ਜੀ ਨੇ ਕੱਲਾ ਲਿਖਿਆ ਨਹੀਂ, ਉਹ ਕਰਕੇ ਵੀ ਵਿਖਾਇਆ। ਤਪਦੀ ਹੋਈ ਤਵੀ ਤੇ ਬਹਿ ਕੇ ਸਾਨੂੰ ਇਹ ਪਵਿੱਤਰ ਉਪਦੇਸ਼ ਦਿੱਤਾ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਸਾਨੂੰ ਸਿਖਾ ਕੇ ਗਏ ਨੇ ਕਿ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ। ਤੇ ਹੁਣ ਆਪਾਂ ਵੇਖੀਏ ਅਸੀਂ ਭਾਣੇ ਨੂੰ ਆਪਣੇ ਜੀਵਨ ਦੇ ਵਿੱਚ ਮਿੱਠਾ ਕਰਕੇ ਮੰਨਦੇ ਆ ਕਿ ਨਹੀਂ। ਸਾਡੇ ਵਾਸਤੇ ਪੂਰਨੇ ਪਾਏ, ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ। ਕੱਲਾ ਇਤਿਹਾਸ ਸੁਣਨਾ ਨਹੀਂ, ਸੁਣ ਕੇ ਇਤਿਹਾਸ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਤੇ ਆਪਣੇ ਜੀਵਨ ਦੇ ਵਿੱਚ ਕਮਾਈਏ ਵੀ, ਤਾਂ ਪਿਆਰਿਓ ਗੱਲ ਬਣੇਗੀ। ਤਾਂ ਸਾਡੇ ਜੀਵਨ ਦੇ ਵਿੱਚ ਬਦਲਾਵ ਆਏਗਾ। ਉਦਾਂ ਨਹੀਂ, ਜੇ ਸੁਣ ਲਿਆ ਜ਼ਿੰਦਗੀ ਲੰਘ ਜਾਂਦੀ ਹੈ ਸੁਣਦਿਆਂ। ਸਾਲਾਂ ਦੇ ਸਾਲ ਲੰਘ ਗਏ ਨੇ ਸੁਣਦਿਆਂ ਪੜ੍ਹਦਿਆਂ। ਇਤਿਹਾਸ ਆਪਾਂ ਨੂੰ ਭੁੱਲਿਆ ਨਹੀਂ, ਆਪਾਂ ਸਾਰੇ ਇਤਿਹਾਸ ਜਾਣਦੇ ਆ। ਸਾਡਾ ਇਤਿਹਾਸ ਕੀ ਹੈ, ਕਮੀ ਕਿੱਥੇ ਹੈ ਮੰਨਣ ਦੀ। ਕਹਿੰਦੇ शहीदों के दिन मनाते हो उनकी बात भी तो मानो। ਸ਼ਹੀਦਾਂ ਦੇ ਦਿਨ ਆਪਾਂ ਮਨਾਉਣੇ ਆ, ਮਨਾਉਣੇ ਚਾਹੀਦੇ ਨੇ, ਸਾਡਾ ਫਰਜ਼ ਹੈ। ਪਰ ਉਹਨਾਂ ਦੀ ਗੱਲ ਵੀ ਮੰਨੀਏ, ਕਾਦੇ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਕਾਦੇ ਵਾਸਤੇ ਕੁਰਬਾਨੀਆਂ ਕੀਤੀਆਂ, ਆਪਣਾ ਆਪ ਕੁਰਬਾਨ ਕਰ ਗਏ। ਉਹਨਾਂ ਦੀ ਗੱਲ ਵੀ ਤੇ ਮੰਨੀਏ ਕਿ ਲੰਗਰ ਲਾ ਕੇ ਸ਼ਹਾਦਤਾਂ ਦੇ ਦਿਨ ਮਨਾ ਕੇ ਸ਼ਹੀਦ ਸਾਡੇ ਤੇ ਖੁਸ਼ ਹੋ ਜਾਣਗੇ? ਨਹੀਂ ਹੋਣਗੇ। ਸ਼ਹੀਦਾਂ ਦੀ ਖੁਸ਼ੀ ਉਦੋਂ ਮਿਲੇਗੀ ਜਦੋਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਆਪਾਂ ਚੱਲਾਂਗੇ, ਤਾਂ ਪਿਆਰਿਓ ਗੱਲ ਬਣਦੀ ਹੈ। ਮੀਰ ਮਨੂ ਤੋਂ ਬਾਅਦ ਪਿਆਰਿਓ ਵੇਲਾ ਆਉਂਦਾ ਹੈ ਅਹਿਮਦ ਸ਼ਾਹ ਅਬਦਾਲੀ ਦਾ। ਆਪਾਂ ਸਾਰਿਆਂ ਨੂੰ ਪਤਾ ਹੈ, ਉਹਨੇ ਭੇਜਿਆ ਤੈਮੂਰ ਸ਼ਾਹ ਨੂੰ, ਨਾਲ ਹੋਰ ਭੇਜੇ। ਤੇ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ 80 ਸਾਲ ਦੇ ਬਜ਼ੁਰਗ ਨੂੰ ਪਤਾ ਲੱਗਦਾ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜ਼ਾਲਮ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਆ ਰਹੇ ਨੇ,
ਹਮਲਾ ਕਰਨ ਵਾਸਤੇ ਆ ਰਹੇ ਨੇ। 80 ਸਾਲ ਦੀ ਉਮਰ ਦੇ ਵਿੱਚ ਉਸ ਬਜ਼ੁਰਗ ਬਾਬੇ ਨੇ ਫਿਰ ਦਮਦਮਾ ਸਾਹਿਬ ਦੀ ਧਰਤੀ ਤੋਂ ਚਾਲੇ ਪਾਏ ਨੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ। ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਚਾਲੇ ਪਾਏ, ਗਿਣਤੀ ਦੇ ਸਿੰਘ ਨੇ ਜਦੋਂ ਤਰਨ ਸਾਹਿਬ ਦੀ ਧਰਤੀ ਦੇ ਕੋਲ ਪਹੁੰਚਦੇ ਨੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਫਲਾ ਹੋ ਜਾਂਦਾ ਹੈ। ਤੇ ਫਿਰ ਆਪਾਂ ਨੂੰ ਪਤਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਅਰਦਾਸ ਕੀਤੀ ਸੀ ਕਿ ਮੈਂ ਆਪਣਾ ਸੀਸ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚ ਭੇਟ ਕਰਾਂਗਾ। ਤੇ ਬੜਾ ਕਮਸਾਨ ਯੁੱਧ ਹੁੰਦਾ ਹੈ ਜ਼ਾਲਮਾਂ ਦੇ ਨਾਲ, ਮੁਗਲਾਂ ਦੇ ਨਾਲ। ਤੇ ਬਾਬਾ ਦੀਪ ਸਿੰਘ ਜੀ ਆਪਣਾ ਸੀਸ ਤਲੀ ਤੇ ਧਰ ਕੇ, ਇਹ ਪਿਆਰਿਓ ਉਹਨਾਂ ਦੀ ਸਾਲਾਂ ਦੀ ਬੰਦਗੀ ਹੀ। ਦਮਦਮਾ ਸਾਹਿਬ ਦੀ ਧਰਤੀ ਤੇ ਜਾ ਕੇ ਵੇਖੋ ਭੋਰਾ ਸਾਹਿਬ ਬਣਿਆ ਹੋਇਆ, ਜਿੱਥੇ ਬਾਬਾ ਦੀਪ ਸਿੰਘ ਨੇ 4 ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪਣੇ ਹੱਥਾਂ ਦੇ ਨਾਲ ਲਿਖੇ ਨੇ। ਆਪਣੇ ਹੱਥਾਂ ਦੇ ਨਾਲ 4 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਬਾਬਾ ਦੀਪ ਸਿੰਘ ਸਾਹਿਬ ਜੀ ਲਿਖਦੇ ਨੇ। ਤੇ ਗੁਰਬਾਣੀ ਤੇ ਉਹਨਾਂ ਦੇ ਰੋਮ ਰੋਮ ਦੇ ਵਿੱਚ ਰਚੀ ਹੋਈ ਸੀ। ਪਹਿਲਾਂ ਵੀ ਬੇਨਤੀ ਕੀਤੀ ਕਿ ਇਬਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੁੰਦੀ। ਬੜਾ ਔਖਾ ਹੈ, ਕੱਲੀਆਂ ਗੱਲਾਂ ਦੇ ਨਾਲ ਨਹੀਂ, ਕਮਾਈਆਂ ਹੋਣ ਫਿਰ ਪਿਆਰਿਓ ਸ਼ਹਾਦਤਾਂ ਦਿੱਤੀਆਂ ਜਾ ਸਕਦੀਆਂ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਆਪਣਾ ਸੀਸ ਤਲੀ ਤੇ ਧਰ ਕੇ ਮੁਕਾਬਲਾ ਕਰਦੇ ਨੇ ਤੇ ਫਿਰ ਸ਼ਹੀਦ ਹੁੰਦੇ ਨੇ। ਆਪਣਾ ਸੀਸ ਆਪਾਂ ਦਰਸ਼ਨ ਕਰਦੇ ਆਂ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ, ਜਿੱਥੇ ਅਸਥਾਨ ਬਣਿਆ ਹੋਇਆ ਹੈ। ਤੇ ਫਿਰ ਹਮਲਾ ਹੋਇਆ ਕੁੱਪ ਕਹੀੜੇ ਦਾ, ਜਦੋਂ ਜੰਗ ਹੁੰਦਾ ਹੈ ਅਹਿਮਦ ਸ਼ਾਹ ਅਬਦਾਲੀ, ਉੱਥੇ ਬੜੇ ਸਿੰਘ ਸ਼ਹੀਦ ਹੁੰਦੇ ਨੇ ਬੜੀ ਵੱਡੀ ਗਿਣਤੀ ਦੇ ਵਿੱਚ, ਜਿਹਨੂੰ ਵੱਡਾ ਘੱਲੂਕਾਰਾ ਆਪਾਂ ਕਹਿੰਦੇ ਆ, ਯਾਦ ਕਰਦੇ ਆ। ਤੇ ਫਿਰ ਅਹਿਮਦ ਸ਼ਾਹ ਅਬਦਾਲੀ ਜਦੋਂ ਤੋਪ ਦੇ ਨਾਲ ਗੋਲੇ ਪਾ ਕੇ ਜਦੋਂ ਅੱਗ ਲਾਉਣ ਲੱਗਦਾ, ਇੱਕ ਇੱਟ ਨਿਕਲਦੀ ਆ, ਉਹਦੇ ਆ ਕੇ ਨੱਕ ਤੇ ਵੱਜਦੀ ਹੈ, ਇਹੋ ਜਿਹਾ ਜ਼ਖਮ ਹੋ ਜਾਂਦਾ ਹੈ, ਉਹ ਜ਼ਖਮ ਨਾਸੂਰ ਬਣ ਜਾਂਦਾ ਹੈ ਤੇ ਫਿਰ ਉਹਦੀ ਮੌਤ ਹੋ ਜਾਂਦੀ ਹੈ। ਤੇ 10ਵਾਂ ਹਮਲਾ ਅੱਜ ਦੇ ਦਿਨ 6 ਜੂਨ 1984 ਨੂੰ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਕਾਦੇ ਵਾਸਤੇ? ਕਿਉਂਕਿ ਸੰਤਾਂ ਨੇ, ਬਾਬਾ ਜਰਨੈਲ ਸਿੰਘ ਜੀ ਨੇ ਹੱਕ ਦੀ, ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। ਤੇ ਜਦੋਂ ਕੋਈ ਹੱਕ ਦੀ, ਸੱਚ ਦੀ ਆਵਾਜ਼ ਨੂੰ ਬੁਲੰਦ ਕਰਦਾ ਹੈ ਨਾ, ਤੇ ਪਿਆਰਿਓ ਚੱਲਦਾ ਇੱਕ ਹੈ, ਹੌਲੀ ਹੌਲੀ ਪਿਆਰਿਓ ਫਿਰ ਕਾਫਲੇ ਪਿੱਛੇ ਤੁਰ ਪੈਂਦੇ ਨੇ। ਬਾਬਾ ਜਰਨੈਲ ਸਿੰਘ ਜੀ ਨੇ ਜਦੋਂ ਧਰਮ ਯੁੱਧ ਮੋਰਚਾ ਆਨੰਦਪੁਰ ਸਾਹਿਬ ਦੇ ਜਿਹੜੇ ਮਤੇ, ਆਪ ਸਾਰਿਆਂ ਨੂੰ ਪਤਾ ਹੈ, ਜੇ ਨਹੀਂ ਪਤਾ ਤੇ ਸਾਰੇ ਪੜ੍ਹਿਓ। ਹੁਣ ਤੇ ਬੜੀਆਂ ਕਿਤਾਬਾਂ ਇਸ ਸਾਕੇ ਦੇ ਉੱਤੇ ਛਪ ਗਈਆਂ ਨੇ। ਕਿਵੇਂ ਕੀ ਵਿਉਂਤ ਬਣਾਈ ਭਾਰਤ ਸਰਕਾਰ ਨੇ। ਫੌਜ ਦੇ ਜਿਹੜੇ ਮੁਖੀ ਸਨ, ਕਿਵੇਂ ਫੌਜੀਆਂ ਨੂੰ ਵੀ ਗੁੰਮਰਾਹ ਕੀਤਾ, ਕਿਵੇਂ ਝੂਠ ਬੋਲੇਗੇ ਕਿ ਅੰਦਰ ਅੱਤਵਾਦੀ ਨੇ, ਅੰਦਰ ਉਹਨਾਂ ਦੇ ਕੋਲ ਹਥਿਆਰ ਨੇ, ਦੇਸ਼ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਗੱਲਾਂ ਸਾਰੀਆਂ ਮੰਨੀਆਂ ਨੇ। ਜਰਨਲ KS ਬਰਾੜ, ਉਹਦੀ ਵੀ ਇੱਕ ਬੁੱਕ ਲਿਖੀ ਹੋਈ ਹੈ, ਸਾਕਾ ਨੀਲਾ ਤਾਰਾ। ਇਸ ਆਪਰੇਸ਼ਨ ਨੂੰ ਨਾਮ ਦਿੱਤਾ ਗਿਆ ਸੀ ਨਾ, ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ। ਉਹਨੇ ਖੁਦ ਇਹ ਮੰਨਿਆ ਕਿ ਅਸੀਂ ਫੌਜੀਆਂ ਨੂੰ ਗੁੰਮਰਾਹ ਕੀਤਾ,
ਫੌਜੀ ਵੀ ਜਿਹੜੇ ਸਨ ਉਹ ਵੀ ਹਰਮੰਦਰ ਸਾਹਿਬ ਤੇ ਹਮਲਾ ਨਹੀਂ ਸਨ ਕਰਦੇ। ਅਸੀਂ ਆਖਿਆ ਕਿ ਅੰਦਰ ਅੱਤਵਾਦੀ ਨੇ, ਅੰਦਰ ਉਹਨਾਂ ਦੇ ਕੋਲ ਸ਼ਸਤਰ ਨੇ, ਅੰਦਰ ਗਲਤ ਕੰਮ ਹੁੰਦੇ ਨੇ, ਤਾਂ ਕਹਿੰਦੇ ਫੌਜੀ ਤੇ ਫੌਜ ਤਿਆਰ ਹੋਈ ਸੀ ਹਰਮੰਦਰ ਸਾਹਿਬ ਤੇ ਹਮਲਾ ਕਰਨ ਵਾਸਤੇ। ਤੇ ਸੰਤਾਂ ਦੀ ਕਮਾਈ ਉਹ ਤੇ ਪਿਆਰਿਓ ਕਹਿਣ ਕਥਨ ਤੋਂ ਪਰੇ ਹੈ। ਉਹਨਾਂ ਨੇ ਫੌਜੀ ਭੇਜੇ ਸਨ ਨਾ, ਜਿਹੜੇ ਫੌਜ ਦੇ ਵਿੱਚ ਅੰਮ੍ਰਿਤਧਾਰੀ ਫੌਜੀ ਸਨ, ਫੌਜੀ ਭੇਜੇ ਗਿਣਤੀ ਦੇ 13 ਪਤਾ ਨਹੀਂ 14। ਕਹਿੰਦੇ ਜਦੋਂ ਫੌਜੀ ਗਏ ਕਿ ਜਾ ਕੇ ਪਿੰਡਰਾਂ ਵਾਲੇ ਨੂੰ ਸਮਝਾਓ, ਫੌਜ ਵੱਲੋਂ, ਫੌਜ ਦੇ ਮੁਖੀਆਂ ਵੱਲੋਂ ਕਹਿੰਦੇ ਫੌਜੀ ਭੇਜੇ ਗਏ ਅੰਮ੍ਰਿਤਧਾਰੀ ਜਿਹੜੇ ਉਹ ਵੀ ਫੌਜੀ ਸਨ। ਕਹਿੰਦੇ ਕਿ ਜਾ ਕੇ ਉਹਨਾਂ ਨੂੰ ਸਮਝਾਓ ਕਿ ਆਪਣੀ ਗ੍ਰਿਫਤਾਰੀ ਦੇ ਦੇਣ। ਇਹ ਤੇ ਪਿਆਰਿਓ ਇੱਕ ਬਹਾਨਾ ਸੀ। ਹਰਮੰਦਰ ਸਾਹਿਬ ਸੰਤ ਸਨ, ਕਈ ਲੋਕ ਇਹ ਕਹਿੰਦੇ ਨੇ ਤਾਂ ਹਮਲਾ ਕੀਤਾ ਸੀ। ਮੰਨ ਲਿਆ ਕਿ ਹਰਮੰਦਰ ਸਾਹਿਬ ਤੇ ਤਾਂ ਹਮਲਾ ਹੋਇਆ, ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਉੱਥੇ ਸਨ, ਪਰ ਬਾਕੀ 37 ਗੁਰਦੁਆਰਿਆਂ ਤੇ ਵੀ ਉਸੇ ਦਿਨ ਹੀ ਹਮਲਾ ਕੀਤਾ ਗਿਆ। ਇਹ ਕੀ ਕਾਰਨ ਸੀ? ਫਿਰ ਉਸੇ ਦਿਨ ਹੀ 4 ਜੂਨ ਤੋਂ ਲੈ ਕੇ 6 ਜੂਨ ਤੱਕ 37 ਹੋਰ ਗੁਰਦੁਆਰਿਆਂ ਤੇ, ਜਿਨ੍ਹਾਂ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਇਸ ਗੁਰਦੁਆਰੇ ਤੇ ਵੀ ਹਮਲਾ ਕੀਤਾ ਗਿਆ। ਇੱਥੇ ਵੀ ਸੰਗਤ ਜਿਹੜੀ ਸ਼ਰਧਾਲੂ ਆਈ ਸੀ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ। ਆਓ ਸਾਧ ਸੰਗਤ ਜੀ, ਸਤਿਕਾਰਯੋਗ ਮਹਾਂਪੁਰਖ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਗਏ ਹਨ। ਇੱਥੇ ਹੀ ਵਿਚਾਰ ਦੀ ਸਮਾਪਤੀ ਹੈ। ਧੰਨ ਉਹ ਸ਼ਹੀਦ ਆਓ ਅੰਤ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ। ਸ਼ਰਧਾ ਦੇ ਫੁੱਲ ਭੇਟ ਕਰੀਏ। ਇਹ ਅਰਦਾਸ ਕਰੀਏ ਸਤਿਗੁਰੂ ਜੀ ਦੇ ਚਰਨਾਂ ਵਿੱਚ, ਮਹਾਰਾਜ ਕਿਰਪਾ ਕਰੋ ਸਾਡੇ ਮਨਾਂ ਦੇ ਵਿੱਚ ਗੁਰਸਿੱਖੀ, ਸਿਦਕ, ਭਰੋਸਾ ਬਖਸ਼ੋ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਤੋਂ ਵਾਰੀ, ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਤੋਂ ਵਾਰੀ। ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਤੋਂ ਵਾਰੀ, ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿੰਦੜੀ ਧਰਮ ਲਈ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਲਈ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ। तो प्रेम खिलन का चाओ, सिर तर तली गली मेरी आओ। मार्ग पैर
ਕਾੜਨ ਕੀਜੈ ਗਗਨ ਦਮਾਮਾ ਬਾਜਿਓ ਪਰੇ ਨਿਸ਼ਾਨ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਝਣ ਕੋ ਦਾਓ ਸੋ ਸਾਧ ਸੰਗਤ ਜੀ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸ਼ਹੀਦਾਂ ਦੇ ਪਵਿੱਤਰ ਜੀਵਨ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਆਓ ਹੁਣ ਬੜੇ ਪਿਆਰ ਦੇ ਨਾਲ ਇਸੇ ਤਰ੍ਹਾਂ ਹੀ ਇਕਾਗਰਤਾ ਬਣਾ ਕਰਕੇ ਸਤਿਕਾਰਯੋਗ ਮਹਾਂਪੁਰਖਾਂ ਦੀ ਨਾਮ ਭਿਜੀ ਰਸਨਾ ਰਾਹੀਂ ਗੁਰਬਾਣੀ ਦੀਆਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕਰਕੇ ਆਪਾਂ ਸਾਰਿਆਂ ਨੇ ਇਸ ਸਮੇਂ ਨੂੰ ਸਫਲ ਬਣਾਉਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।